ਬੰਧਨ ਪਗ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਈ ਹਾਫਸਵਾਦ ਸਿੱਖ ਇਕ ਸਿਮਰਤ ਸਤਿਗੁਰ ਦਰਸ਼ਨ ਕੋ ਚਿਤ ਬਿਰਮਤ ਤਿਸ ਕੋ ਦਰਸ਼ਨ ਦੇਬੈ ਹੇਤ ਪਹੁੰਚੇ ਸ਼੍ਰੀ ਸੋਢੀ ਕੁਲਕੀਤ ਹਾਫਸਵਾਦ ਸਿੱਖ ਇੱਕ ਸਿਮਰਤ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸ਼ਬਦ ਗੁਰੂ ਸਤਿਗੁਰੂ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਪਰਦੇ ਕੱਜਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਗੁਰੂ ਜਹਰਾ ਜਹੂਰ ਗੁਰੂ ਸਰਬ ਕਲਾ ਭਰਪੂਰ ਸਤਿਗੁਰੂ ਜੀ ਮੁਕਤ ਭੁਗਤ ਜੁਗਤ ਦੇ ਦਾਤੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤ ਜੀ ਬਹੁਤ ਹੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜੋ ਅਦਬ ਦੇ ਨਾਲ ਸਿਰ ਝੁਕਾਓ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਪ੍ਰੇਮ ਨਾਲ ਫਿਰ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹੋ ਗੁਰਬਾਣੀ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹੁਣ ਸੰਗਤ ਜੀ ਆਪਾਂ ਮਹਾਰਾਜ ਜੀ ਦਾ ਗੁਰਪੁਰਬ ਮਨਾਉਣਾ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਭਾਈ ਗੁਰਦਾਸ ਜੀ ਮਹਾਰਾਜ ਜੀ ਦੀ ਬੜੀ ਸਿਫਤ ਲਿਖਦੇ ਜੀ ਵੱਡੇ ਯੋਧੇ ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਵੱਡ ਯੋਧਾ ਬਹੁ ਪਰਉਪਕਾਰੀ ਦਲ ਭੰਜਨ ਇੱਕ ਤੇ ਬੰਦੇ ਦਾ ਮੁਕਾਬਲਾ ਕਰਨਾ ਔਖਾ ਹੋ ਜਾਂਦਾ ਜੀ ਬੰਦੇ ਵਾਸਤੇ ਜੀ ਗੁਰੂ ਹਰਗੋਬਿੰਦ ਸਾਹਿਬ ਦਲਾਂ ਦੇ ਦਲਾਂ ਨੂੰ ਨਾਸ ਕਰਨ ਵਾਲੇ ਜੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਫਿਰ ਇਹ ਵੀ ਆਖਿਆ ਅੰਤਰਜਾਮੀ ਬਾਲਾ ਭੋਲਾ। ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਵੀ ਨੇ ਤੇ ਬੜੇ ਭੋਲੇ ਵੀ ਨੇ ਸੱਚੇ ਪਾਤਸ਼ਾਹ।
ਬਾਹਰੋਂ ਭੋਲੇ ਨੇ, ਅੰਦਰੋਂ ਬ੍ਰਹਮ ਗਿਆਨੀ ਨੇ ਸੱਚੇ ਪਾਤਸ਼ਾਹ। ਸਵੇਰ ਦੇ ਦੀਵਾਨਾਂ ਦੇ ਵਿੱਚ ਸੰਗਤ ਜੀ ਸਤਿਗੁਰੂ ਜੀ ਦੇ ਆਗਮਨ ਦੀ ਕਥਾ ਸੰਗਤ ਨੂੰ ਬੇਨਤੀ ਕੀਤੀ ਸੀਗੀ। ਮਹਾਰਾਜ ਜੀ ਦਾ ਆਗਮਨ ਜਿਵੇਂ ਹੋਇਆ, ਲੜੀਵਾਰ ਕਥਾ ਵਿੱਚ ਵੀ ਉਹ ਸਾਰੇ ਬਚਨ ਪਿੱਛੇ ਜੇ ਆਏ ਆ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਜੀ ਗਏ, ਬਾਬਾ ਜੀ ਨੇ ਬਚਨ ਕੀਤਾ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਮਾਤਾ ਜੀ ਤੁਹਾਡੇ ਘਰ ਵਿੱਚ ਜੋਧਾ ਗੁਰੂ ਪੈਦਾ ਹੋਏਗਾ ਕਹਿਣ ਲੱਗੇ। ਸੋ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰੂ ਕੀ ਵਡਾਲੀ ਵਿਖੇ ਹੋਇਆ ਜੀ। ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੈ ਪਿੰਡ ਗੁਰੂ ਕੀ ਵਡਾਲੀ। ਉਸ ਧਰਤੀ ਨੂੰ ਅੱਜ ਦੇ ਦਿਨ ਭਾਗ ਲੱਗੇ। ਅਰਸ਼ਾਂ ਦੇ ਮਾਲਕ ਰਹਿਮਤਾਂ ਦੇ ਸਾਈਂ ਗੁਰੂ ਹਰਗੋਬਿੰਦ ਸਾਹਿਬ ਉਸ ਧਰਤੀ ਤੇ ਆਗਮਨ ਧਾਰਨ ਕੀਤਾ ਜੀ। ਮਹਾਰਾਜ ਜੀ ਦੇ ਵਿਆਹ ਦੀ ਕਥਾ ਸੰਗਤ ਨੇ ਸੁਣੀ ਹੈ। ਗੁਰੂ ਸਾਹਿਬ ਜੀ ਦੀ ਸੁੰਦਰਤਾ ਦਾ ਜ਼ਿਕਰ ਬੜਾ ਆਇਆ। ਮਹਾਰਾਜ ਵੈਸੇ ਹੀ ਬੜੇ ਸੋਹਣੇ ਆ, ਅੰਦਰੋਂ ਪਰਮੇਸ਼ਰ ਨੇ ਜੀ। ਗੁਣ ਆਪਾਂ ਸਤਿਗੁਰੂ ਜੀ ਦੇ ਸੁਣਦੇ ਰਹਿੰਦੇ ਆ ਸੰਗਤ ਜੀ, ਤੇ ਗੁਣ ਹੀ ਕਰਨੇ ਚਾਹੀਦੇ, ਗੁਣ ਹੀ ਗੁਰੂ ਜੀ ਦੇ ਗਾਉਣੇ ਚਾਹੀਦੇ ਆ। ਚੇਤਾ ਰੱਖਿਓ, ਜਿਹੜਾ ਪੁਰਸ਼ ਜਿਹੜਾ ਜੀਵ ਆਪਣੇ ਗੁਰੂ ਦੇ ਗੁਣ ਗਾਏਗਾ ਨਾ ਜੀ, ਉਹਨੂੰ ਕਮੀ ਨਹੀਂ ਰਹੇਗੀ ਜੀ। ਪਿਆਰ ਨਾਲ ਗੱਜ ਕੇ ਕਹੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿੰਨੇ ਆਪਾਂ ਬੈਠੇ ਓਨੀ ਆਵਾਜ਼ ਨਹੀਂ ਹੈਗੀ ਆਪਣੀ ਜੀ। ਗੱਜ ਕੇ ਕਹੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਆਪਾਂ ਲੜੀਵਾਰ ਇੱਕ ਪ੍ਰਸੰਗ ਮਹਾਰਾਜ ਜੀ ਦਾ ਸੁਣਾਂਗੇ। ਬੜੀ ਸਿੱਖਿਆ ਸਾਧ ਸੰਗਤ ਜੀ ਮਿਲਦੀ ਹੈ। ਗੁਰੂ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ ਜੀ। ਉੱਥੇ ਮਾਤਾ ਭਾਗਪਰੀ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ ਜੀ। ਜਦੋਂ ਮਹਾਰਾਜ ਮਾਤਾ ਭਾਗਪਰੀ ਨੂੰ ਸ਼੍ਰੀਨਗਰ 'ਚ ਦਰਸ਼ਨ ਦਿੱਤੇ, ਉਹਦਾ ਬਣਾਇਆ ਹੋਇਆ ਚੋਲਾ ਸੱਚੇ ਪਾਤਸ਼ਾਹ ਜੀ ਨੇ ਪਾਇਆ ਜੀ। ਪਿਆਰ ਵਾਲਿਆਂ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਕਿਵੇਂ ਨਹੀਂ ਪਹੁੰਚ ਜਾਂਦੇ ਆ, ਤੇ ਬਿਲਕੁਲ ਸੱਚ ਦੱਸ ਰਿਹਾ ਗੁਰੂ ਜੀ ਦੀ ਹਾਜ਼ਰੀ 'ਚ ਪਿਆਰ ਵਾਲਿਆਂ ਕੋਲ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਪਹੁੰਚਦੇ ਨੇ ਜੀ। ਹੁਣ ਵੀ ਮਿਹਰ ਕਰ ਦਿੰਦੇ, ਬਖਸ਼ਿਸ਼ ਕਰ ਦਿੰਦੇ ਆ। ਮਹਾਰਾਜ ਜੀ ਕਸ਼ਮੀਰ ਦੀ ਧਰਤੀ ਤੇ ਗਏ ਆ ਜੀ। ਕਸ਼ਮੀਰ ਦੇ ਵਿੱਚ ਇੱਕ ਇਲਾਕਾ ਬਾਰਾਮੂਲਾ, ਬਾਰਾਮੂਲਾ ਇਲਾਕਾ ਹੈ ਕਸ਼ਮੀਰ ਦੇ ਵਿੱਚ ਜੀ। ਉੱਥੇ ਸਤਿਗੁਰੂ ਜੀ ਨੇ ਚਰਨ ਪਾਏ ਜੀ। ਕੁਝ ਸਮਾਂ ਸੱਚੇ ਪਾਤਸ਼ਾਹ ਬਾਰਾਮੂਲੇ ਵਿੱਚ ਰਹੇ ਆ। ਬਾਰਾਮੂਲੇ ਦੇ ਸਿੱਖਾਂ ਨੇ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਹੈ। ਗੁਰੂ ਘਰ ਵਿੱਚ ਭਾਈ ਸੁਥਰਾ ਜੀ ਬੜੇ ਪ੍ਰਸਿੱਧ ਹੋਏ ਹੈ। ਬਾਰਾਮੂਲਾ ਦੀ ਧਰਤੀ ਤੇ ਹੀ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਸਨ ਜੀ। ਉਹ ਜੀ ਛੋਟੇ ਜਿਹੇ ਬੱਚੇ ਸਨ, ਜੰਮਦੇ ਦੇ 2 ਦੰਦ ਬਾਹਰ ਸਨ ਜੀ। ਰੋ ਰਹੇ ਸਨ, ਰੂੜੀ ਤੇ ਪਏ ਸਨ। ਇਨਸਾਨੀ ਬੱਚੇ ਦੇ ਰੋਣ ਦੀ ਆਵਾਜ਼ ਆਈ। ਮਹਾਰਾਜ ਘੋੜੇ ਤੇ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ। ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਭਾਈ ਇਨਸਾਨੀ ਬੱਚਾ ਰੋ ਰਿਹਾ। ਜਾਨਵਰ ਦਾ ਬੱਚਾ ਰੋਂਦਾ ਹੋਵੇ ਉਹਦੀ ਵੀ ਆਵਾਜ਼ ਪਤਾ ਲੱਗ ਜਾਂਦੀ ਹੈ। ਇਨਸਾਨੀ ਬੱਚਾ ਰੋ ਰਿਹਾ, ਵੇਖੋ ਕੌਣ ਹੈ। ਸਿੱਖ ਗਿਆ ਵੇਖਣ ਤੇ ਰੂੜੀ ਤੇ ਲੱਭਿਆ ਇੱਕ ਨਿੱਕਾ ਜਿਹਾ ਬੱਚਾ ਸੀਗਾ ਜੀ। ਜੰਮਦਿਆਂ ਨੂੰ ਹੀ ਘਰ ਦੇ ਛੱਡ ਗਏ ਸੀਗੇ ਜੀ। ਐਸਾ ਹੋ ਜਾਂਦਾ ਸੀ ਪਹਿਲੇ ਸਮੇਂ 'ਚ ਜੀ। ਛੱਡਿਆ ਕਿਉਂ ਜੀ? ਜੰਮਦੇ ਦੇ 2 ਦੰਦ ਬਾਹਰ ਸਨ ਤੇ ਰੰਗ ਕਾਲਾ ਸੀਗਾ ਜੀ। ਸਿੱਖ ਵੇਖ ਕੇ ਤੇ ਵਾਪਸ ਆ ਗਿਆ ਜੀ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਬੱਚਾ ਤੇ ਇਨਸਾਨੀ ਹੈ, ਪਰ ਕਰੂਪ ਬੜਾ ਕੁਥਰਾ ਕੁਥਰਾ, ਕਰੂਪ ਬੜਾ ਭੈੜਾ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਨਸਾਨੀ ਬੱਚਾ ਹੋਵੇ, ਉਹਦੇ ਰੋਣ ਦੀ ਆਵਾਜ਼ ਸਾਡੇ ਕੰਨਾਂ 'ਚ ਪੈ ਜਾਵੇ, ਅਸੀਂ ਉਹਨੂੰ ਰੂੜੀ ਤੇ ਹੀ ਰੋਂਦਿਆਂ ਛੱਡ ਕੇ ਚਲੇ ਜਾਈਏ, ਇਹ ਗੁਰੂ ਦੇ ਘਰ ਦਾ ਕੰਮ ਨਹੀਂ ਹੈਗਾ। ਚੁੱਕ ਕੇ ਲੈ ਕੇ ਆਓ ਕਹਿਣ ਲੱਗੇ ਉਹਨੂੰ। ਮਹਾਰਾਜ ਨੇ ਵੇਖਿਆ, ਗੁਰੂ ਹਰਗੋਬਿੰਦ ਸਾਹਿਬ ਨੇ ਦ੍ਰਿਸ਼ਟੀ ਪਾਈ। ਮਹਾਰਾਜ ਕਹਿੰਦੇ ਕੁਥਰਾ ਨਹੀਂ ਹੈਗਾ, ਇਹ ਸੁਥਰਾ ਹੈਗਾ ਕਹਿਣ ਲੱਗੇ। ਉਹਦਾ ਨਾਮ ਸੁਥਰਾ ਰੱਖ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਜੀ। ਬਾਬਾ ਸੁਥਰਾ ਜੀ ਫਿਰ ਹੋਏ ਗੁਰੂ ਘਰ 'ਚ, ਬੜੇ ਉਹਨਾਂ ਦੇ ਪ੍ਰਸੰਗ ਹੋਏ ਆ। ਹਾਸ ਰਸ ਦੇ ਵੀ ਬੜੇ ਪ੍ਰਸੰਗ ਹੋਏ ਆ ਜੀ। ਬੜੇ ਬਾਬੇ ਸੁਥਰਾ ਜੀ ਦੇ ਹਾਸ ਰਸ ਦੇ ਵੀ ਪ੍ਰਸੰਗ ਨੇ। ਬਾਬਾ ਸੁਥਰਾ ਜੀ 10ਵੇਂ ਪਾਤਸ਼ਾਹ ਤੱਕ ਰਹੇ ਜੀ। ਛੋਟੇ ਜਿਹੇ ਬੱਚੇ ਸੀਗੇ, ਮਹਾਰਾਜ ਸੱਚੇ ਪਾਤਸ਼ਾਹ ਨਾਲ ਲੈ ਆਏ ਜੀ। ਫਿਰ
ਪੈਂਦੇ ਖਾਂ ਅਨਾਥ ਸੀਗਾ ਜੀ। ਗੁਰੂ ਸਾਹਿਬ ਮਹਾਰਾਜ ਨੇ ਵੇਖਿਆ, ਮਹਾਰਾਜ ਨਾਲ ਹੀ ਲੈ ਆਏ ਸੱਚੇ ਪਾਤਸ਼ਾਹ। ਬੜੇ ਵੱਡੇ ਦਿਆਲੂ, ਬੜੇ ਵੱਡੇ ਕਿਰਪਾਲੂ ਜੀ। ਕਸ਼ਮੀਰ ਦੀ ਧਰਤੀ ਦੇ ਵਿੱਚ ਮਹਾਰਾਜ ਵਿਚਰ ਰਹੇ ਆ। ਗੁਰੂ ਹਰਗੋਬਿੰਦ ਸਾਹਿਬ 500 ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੁੰਦਾ ਹਰ ਸਮੇਂ ਜੀ। ਇੱਕ ਤਾਂ ਹੁੰਦਾ ਨਾ ਜੀ ਸਾਡੇ ਵਰਗਾ ਸਧਾਰਨ, ਇੱਕ ਹੁੰਦੇ ਸ਼ਸਤਰਧਾਰੀ ਸੂਰਮੇ ਯੋਧੇ ਬਲਵਾਨ। 500 ਬੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੁੰਦਾ, ਸ਼ਸਤਰਧਾਰੀ ਸਿੱਖ ਜੀ। ਬੜਾ ਵੱਡਾ ਤੇਜ ਪ੍ਰਤਾਪ ਸੱਚੇ ਪਾਤਸ਼ਾਹ ਜੀ ਦਾ। ਜਿੱਧਰ ਜਾਂਦੇ ਮਹਾਰਾਜ ਲੋਕ ਉਚੇਚਾ ਦਰਸ਼ਨ ਕਰਨ ਆਉਂਦੇ ਵੀ ਕਿਸੇ ਦੇਸ਼ ਦੇ ਰਾਜੇ ਆਏ ਲੱਗਦੇ ਆ। ਹੁਣ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਨਾਲ ਗੱਜ ਕੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਕਹਿ ਦਿਓ, ਅੱਜ ਗੁਰਪੁਰਬ ਹੈ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਵਾਹਿਗੁਰੂ। ਹਾਫਸਬਾਦ ਸਿੱਖ ਇੱਕ ਸਿਮਰਤ। ਕਸ਼ਮੀਰ ਦੇ ਵਿੱਚ ਸੰਗਤ ਦੀ ਇੱਕ ਇਲਾਕਾ ਹੈ ਹਾਫਜ਼ਾਬਾਦ। ਉੱਥੇ ਇੱਕ ਤੁਹਾਡੇ ਵਰਗਾ ਗੁਰੂ ਦਾ ਪਿਆਰਾ ਰਹਿੰਦਾ ਹੈ ਜੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਬੜਾ ਹੀ ਚੇਤੇ ਕਰਦਾ ਜੀ, ਬੜਾ ਹੀ ਚੇਤੇ ਕਰਦਾ ਜੀ। ਹਾਂਜੀ। ਸਤਿਗੁਰ ਦਰਸ਼ਨ ਕੋ ਚਿਤ ਬਿਰਮਤ। ਉਹਦਾ ਮਨ ਪਤਾ ਕੀ ਕਰਦਾ ਹੁੰਦਾ ਸੀਗਾ, ਕਿਹੜਾ ਵੇਲਾ ਹੋਵੇ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ ਜੀ। ਪਿਆਰ ਵਾਲੇ ਬੰਦੇ, ਕਈ ਵਾਰੀ ਬੰਦੇ ਦੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ, ਬੰਦਾ ਆ ਨਹੀਂ ਸਕਦਾ ਜੀ, ਪਰ ਉਹਦੇ ਮਨ 'ਚ ਬੜਾ ਪਿਆਰ ਹੁੰਦਾ ਸੰਗਤ ਜੀ, ਮਨ 'ਚ ਪਿਆਰ ਹੁੰਦਾ। ਇਹ ਸਿੱਖ ਮਹਾਰਾਜ ਨੂੰ ਬੜਾ ਹੀ ਚੇਤੇ ਕਰਦਾ ਜੀ। ਹਾਂਜੀ। ਤਿਸ ਕੋ ਦਰਸ਼ਨ ਦੈਬੇ ਹੇਤ। ਹੁਣ ਉਹ ਦਿਨ ਰਾਤ ਅਰਦਾਸਾਂ ਕਰਦਾ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ, ਦਇਆ ਕਰੋ, ਮੈਨੂੰ ਗਰੀਬ ਨੂੰ ਵੀ ਦਰਸ਼ਨ ਦੇ ਦਿਓ। ਤੇ ਚੇਤਾ ਰੱਖਿਓ, ਕੋਈ ਕਿਤੇ ਬੈਠਾ ਪਿਆਰ ਵਾਲਾ ਅਰਦਾਸ ਕਰਦਾ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਹਰ ਥਾਂ ਉਹਦੀ ਅਰਦਾਸ ਸੁਣ ਲੈਂਦੇ ਆ ਜੀ। ਉਹਦੀ ਅਰਦਾਸ ਸੁਣ ਕੇ ਉਚੇਚਾ ਮਹਾਰਾਜ ਦਰਸ਼ਨ ਦੇਣ ਵਾਸਤੇ ਉਹਨੂੰ ਉੱਥੇ ਗਏ ਜੀ, ਉਚੇਚਾ ਜੀ। ਹਾਂਜੀ। ਪਹੁੰਚੇ ਸ਼੍ਰੀ ਸੋਢੀ ਕੁਲਕੀਤ। ਉਸ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਸੋਢੀਆਂ ਦੇ ਸਿਰਮੌਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਾਫਜ਼ਾਬਾਦ 'ਚ ਪਹੁੰਚੇ। ਕਿੱਥੇ ਪਹੁੰਚੇ? ਹਾਫਜ਼ਾਬਾਦ ਵਿੱਚ ਮਹਾਰਾਜ ਗਏ ਹੈ। ਹਾਂਜੀ। ਪੁਰ ਤੇ ਵਹਿਰ ਕਰਿਓ ਪਿਖ ਡੇਰਾ। ਤੇ ਨਗਰ ਦੇ ਅੰਦਰ ਨਹੀਂ ਮਹਾਰਾਜ ਗਏ ਜੀ, ਬਾਰ-ਬਾਰ ਸੱਚੇ ਪਾਤਸ਼ਾਹ ਜੀ ਨੇ ਡੇਰਾ ਕਰ ਲਿਆ। ਕਿਉਂ? ਘੋੜੇ ਬੜੇ ਨੇ ਨਾਲ ਜੀ, ਫੌਜਾਂ ਨੇ ਸ਼ਸਤਰਧਾਰੀ ਨਾਲ ਜੀ, ਸਿੱਖ ਸੰਗਤਾਂ ਨਾਲ ਨੇ, ਸੋ ਨਗਰ ਦੇ ਬਾਹਰ ਡੇਰਾ ਕਰ ਲਿਆ ਸੱਚੇ ਪਾਤਸ਼ਾਹ ਜੀ ਨੇ। ਉਤਰੇ ਹਾਏ ਲਿਆਏ ਤਿਸ ਬੇਰਾ। ਮਹਾਰਾਜ ਗਰੀਬ ਨਵਾਜ ਉਸ ਸਮੇਂ ਆਪਣੇ ਘੋੜੇ ਤੋਂ ਉਤਰ ਪਏ ਜੀ। ਹਾਂਜੀ। ਤਰਵਰ ਕੀ ਛਾਇਆ ਰਮਣੀਕ। ਬੜੇ ਸੰਘਣੇ ਰੁੱਖ ਸੀਗੇ ਜੀ, ਗਰਮੀਆਂ ਦੇ ਦਿਨ ਸਨ ਤੇ ਰੁੱਖਾਂ ਦੀ ਛਾਂ ਬੜੀ ਵਧੀਆ ਸੀਗੀ ਜੀ। ਹਾਂਜੀ। ਸੰਗਨ ਸਦਲ ਗਨ ਖਰੇ ਨਜ਼ੀਕ। ਸੰਘਣੇ ਦਰਖਤ ਆਸੇ ਲਾਗੇ ਲਾਗੇ ਸੀਗੇ ਜੀ, ਲਾਗੇ ਲਾਗੇ ਸਾਰੇ ਦਰਖਤ। ਹਾਂਜੀ। ਫਰਸ਼ ਕਰਾਏ ਬੈਠ ਤਹ ਗਏ। ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਆਖਿਆ, ਮਹਾਰਾਜ ਕਹਿਣ ਲੱਗੇ ਵਿਛਾਈ ਕਰੋ, ਇੱਥੇ ਆਸਣ ਲਾਉਣਾ ਆਪਾਂ। ਹਾਂਜੀ। ਪੁਰ ਮਹਿ ਸੁਧ ਹੋਈ ਗੁਰ ਆਏ। ਹਾਫਜ਼ਾਬਾਦ ਵਿੱਚ ਖਬਰ ਪਹੁੰਚੀ, ਆਪਣੇ ਬਾਰ-ਬਾਰ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਹੁਣ ਆਪਾਂ ਇੱਥੇ ਬੈਠੇ ਹਾਂ ਜੀ। ਚਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਰੱਬ, ਸਾਡੇ ਮਾਲਕ ਨੇ ਜੀ, ਪਰ ਜੇ ਸਤਿਗੁਰੂ ਜੀ ਦਾ ਪ੍ਰਕਾਸ਼ ਵੀ ਨਾ ਹੋਵੇ ਇੱਥੇ ਤੇ ਸਾਨੂੰ ਪਤਾ ਲੱਗੇ ਵੀ ਬਾਹਰ ਰੋਡ ਤੇ ਗੁਰੂ ਹਰਗੋਬਿੰਦ ਸਾਹਿਬ ਆਏ ਹੈ, ਕੋਈ ਵਿਰਲਾ ਹੀ ਸਿੱਖ ਹੋਏਗਾ ਜਿਹੜਾ ਦਰਸ਼ਨ ਕਰਨ ਨਹੀਂ ਜਾਏਗਾ ਜੀ। ਖਬਰ ਪਹੁੰਚ ਗਈ ਪਿੰਡ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਬਾਰ-ਬਾਰ ਬੈਠੇ ਨੇ ਆ ਕੇ। ਹਾਂਜੀ। ਕਰਮ ਚੰਦ ਸਿੱਖ ਤਹਾਂ ਬਸਤ ਹੈ। ਆਖੋ ਵਾਹਿਗੁਰੂ। ਤੇ ਉਸ ਸਿੱਖ ਦਾ ਨਾਮ ਸੁਣਿਓ ਧਿਆਨ ਨਾਲ, ਜਿਹਨੂੰ ਮਹਾਰਾਜ ਦਰਸ਼ਨ ਦੇਣ ਆਏ ਨਾ ਜੀ, ਉਸ ਸਿੱਖ ਦਾ ਨਾਮ ਹੈ ਭਾਈ ਕਰਮ ਚੰਦ ਜੀ।
ਕੀ ਨਾਮ ਹੈ? ਹਾਂਜੀ ਹਾਂਜੀ। ਬਾਣੀ ਪਠਵੇ ਅਰਥ ਰਸਤ ਹੈ। ਤੇ ਭਾਈ ਕਰਮਚੰਦ ਜੀ ਜਿਹੜੇ ਆ ਨਾ, ਪਾਠ ਬੜੇ ਪ੍ਰੇਮ ਨਾਲ ਕਰਦੇ ਜੀ। ਤੇ ਜਿੱਥੇ ਪਾਠ ਪ੍ਰੇਮ ਨਾਲ ਕਰਦੇ ਨਾ ਜੀ, ਉੱਥੇ ਪਾਠ ਦੇ ਅਰਥਾਂ ਵਿੱਚ ਵੀ ਧਿਆਨ ਰੱਖਦੇ ਆ। ਥੋੜੇ ਬੰਦੇ ਹੁੰਦੇ ਜਿਹੜੇ ਪ੍ਰੇਮ ਨਾਲ ਪਾਠ ਕਰਦੇ ਜੀ, ਹਾਂਜੀ, ਤੇ ਫਿਰ ਅਰਥਾਂ ਦਾ ਵੀ ਬੜਾ ਧਿਆਨ ਰੱਖਦੇ ਆ। ਹਾਂਜੀ। ਸੋ ਸੁਣ ਕੇ ਆਇਓ ਤਤਕਾਲੂ। ਉਹ ਭਾਈ ਕਰਮਚੰਦ ਜੀ ਨੂੰ ਪਤਾ ਲੱਗਾ, ਉਹ ਤਾਂ ਦਿਨ ਰਾਤ ਉਡੀਕਦੇ ਸਨ ਮਹਾਰਾਜ ਨੂੰ। ਭਾਈ ਕਰਮਚੰਦ ਜੀ ਤਤਕਾਲ ਹੀ ਸੰਗਤ ਜੀ ਚਲੇ ਗਏ ਜੀ। ਸਜਾ ਦੋ। ਹਾਂਜੀ। ਦੇਖਿਓ ਸੁੰਦਰ ਦਰਸ ਵਿਸਾਲੂ। ਤੇ ਭਾਈ ਕਰਮਚੰਦ ਜੀ ਬਾਹਰ ਗਏ, ਆਪਣੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਦਰਸ਼ਨ ਕੀਤੇ ਜੀ। ਹਾਂਜੀ। ਬੰਦਨ ਕਰੀ ਚਰਨ ਅਰਬਿੰਦ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਜੀ। ਮਹਾਰਾਜ ਬੈਠੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਬੂਝਤ ਭੇ ਸ਼੍ਰੀ ਹਰਗੋਬਿੰਦ। ਗੱਜ ਕੇ ਆਖੋ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਕਰਮਚੰਦ ਜੀ ਨਾਲ ਗੱਲ ਕਰਨ ਲੱਗੇ ਜੀ। ਹਾਂਜੀ। ਕੌਣ ਅਹੈਂ ਕਿਸ ਥਲ ਮੈਂ ਬਾਸੈਂ। ਵੇਖੋ ਕਮਾਲ ਦੀ ਗੱਲ, ਪਤਾ ਗੁਰੂ ਜੀ ਨੂੰ ਸਾਰਾ ਜੀ। ਕਰਮਚੰਦ ਕਰਕੇ ਤੇ ਆਏ ਨੇ ਜੀ ਇਸ ਪਿੰਡ ਵਿੱਚ, ਉਹਨਾਂ ਕਰਕੇ ਤੇ ਆਏ ਆ। ਪਰ ਮਹਾਰਾਜ ਨਿਮਰਤਾ ਚੈੱਕ ਕਰਦੇ ਜੀ। ਮਹਾਰਾਜ ਕਹਿੰਦੇ ਭਾਈ ਪੁਰਖਾ ਤੂੰ ਕੌਣ ਹੈ? ਕਹਿਣ ਲੱਗੇ ਕਿਹੜੇ ਨਗਰ ਚ ਵਸਦਾ। ਹਾਂਜੀ। ਕਿਸ ਕਾਰਜ ਆਇਓ ਹਮ ਪਾਸੈ। ਸਾਡੇ ਕੋਲ ਕਿਉਂ ਆਇਆ? ਮਹਾਰਾਜ ਕਹਿਣ ਲੱਗੇ ਕੀ ਕੰਮ ਹੈਗਾ। ਹਾਂਜੀ। ਕਰਮਚੰਦ ਕਰ ਜੋਰਤ ਉਚਰੀ। ਭਾਈ ਕਰਮਚੰਦ ਦੇ ਹੱਥ ਜੁੜ ਗਏ ਜੀ। ਬੜੀ ਵੱਡੀ ਗੱਲ ਗੁਰੂ ਹਰਗੋਬਿੰਦ ਸਾਹਿਬ ਪੁੱਛਣ ਵੀ ਤੂੰ ਕੌਣ ਹੈ ਤੇ ਕੀ ਕੰਮ ਹੈ ਤੈਨੂੰ ਜੀ। ਭਾਈ ਕਰਮਚੰਦ ਦੇ ਹੱਥ ਜੁੜ ਗਏ ਜੀ। ਹਾਂਜੀ। ਰਾਵਰ ਸਿੱਖ ਬਸੋਂ ਇਸ ਪੁਰੀ। ਤੇ ਆਪਣਾ ਨਾਮ ਨਹੀਂ ਦੱਸਿਆ ਭਾਈ ਸਾਹਿਬ ਨੇ ਜੀ। ਹਾਂਜੀ। ਵੀ ਮੈਂ ਕਰਮਚੰਦ ਹਾਂ ਜੀ, ਮੈਂ ਫਲਾਣਾ ਕੰਮ ਕਰਦਾ, ਕੁਝ ਨਹੀਂ ਦੱਸਿਆ। ਭਾਈ ਕਰਮਚੰਦ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਗਰੀਬ ਬੰਦਾ ਤੁਹਾਡਾ ਸਿੱਖ ਹੈਗਾ ਮਹਾਰਾਜ। ਨਿਮਰਤਾ ਕੀ ਆ? ਮਹਾਰਾਜ ਮੈਂ ਤੁਹਾਡਾ ਸਿੱਖ ਹੈਗਾ, ਤੁਹਾਡੀ ਕਿਰਪਾ ਨਾਲ ਇਸੇ ਨਗਰ 'ਚ ਹੀ ਵਸਦਾ। ਹਾਂਜੀ। ਜਥਾ ਸ਼ਕਤ ਚਾਹੋ ਤੁਮ ਸੇਵਾ। ਮਹਾਰਾਜ ਮੇਰਾ ਜੀ ਕਰਦਾ ਤੁਹਾਡੀ ਸੇਵਾ ਕਰਾਂ, ਜਿੰਨੀ ਕਿ ਮੇਰੀ ਪਹੁੰਚ ਹੈ ਉਸ ਹਿਸਾਬ ਨਾਲ ਸੇਵਾ ਕਰਨੀ ਚਾਹੁੰਦਾ। ਵੱਡੇ ਭਾਗ ਪਹੁੰਚੇ ਗੁਰਦੇਵਾ। ਬੜੇ ਚਿਰ ਦੀ ਅਭਿਲਾਸ਼ਾ ਸੀਗੀ ਤੁਹਾਡੇ ਦਰਸ਼ਨ ਕਰਨ ਦੀ। ਅੱਜ ਤੁਹਾਡੇ ਦਰਸ਼ਨ ਹੋ ਗਏ, ਮੇਰੇ ਵੱਡੇ ਭਾਗ ਹੋ ਗਏ ਸੱਚੇ ਪਾਤਸ਼ਾਹ। ਹਾਂਜੀ। ਇਮ ਕਹੇ ਗਇਓ ਸਦਨ ਤਤਕਾਲਾ। ਇਹ ਕਹਿ ਕੇ ਨਾ ਭਾਈ ਕਰਮਚੰਦ ਜੀ ਆਪਣੇ ਘਰ ਗਏ ਜੀ। ਹਾਂਜੀ। ਸਰਬ ਸਮਗਰੀ ਲਿਆਏ ਵਿਸਾਲਾ। ਵਸਤੂਆਂ ਲੈ ਕੇ ਆਏ ਜੀ। ਸੁਣਿਓ ਕੀ ਕੀ ਲੈ ਕੇ ਆਏ ਜੀ। ਹਾਂਜੀ। ਹੇਤ ਪਵੰਗਨ ਤ੍ਰਿਣ ਅਰਦਾਨਾ। ਘੋੜਿਆਂ ਵਾਸਤੇ, ਮਹਾਰਾਜ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆਏ ਤੇ ਦਾਣੇ ਲੈ ਕੇ ਆਏ ਜੀ। ਘੋੜਿਆਂ ਦੀ ਵੀ ਤਾਂ ਸੇਵਾ ਚਾਹੀਦੀ ਹੈ ਨਾ ਜੀ ਕਰਨੀ। ਹਾਂਜੀ। ਚਾਵਰ ਚੂਨ ਦਾਰ ਬਿਦ ਨਾਨਾ। ਤੇ ਸੰਗਤ ਦੇ ਲੰਗਰ ਵਾਸਤੇ ਆਪਣੇ ਘਰੋਂ ਚੌਲ ਲੈ ਕੇ ਆਏ ਜੀ, ਦਾਲ ਲੈ ਕੇ ਆਏ ਤੇ ਆਟਾ ਲੈ ਕੇ ਆਏ ਜੀ। ਪਹਿਲਾਂ ਸੰਗਤ ਜੀ ਹੁਣ ਸ਼ਹਿਰਾਂ ਦੀ ਤੇ ਗੱਲ ਹੋਰ ਹੈ ਨਾ, ਪਿੰਡਾਂ 'ਚ ਡਰਮੀਆਂ ਭਰ ਲੋਕਾਂ ਚੌਲਾਂ ਦੀਆਂ ਰੱਖੀਆਂ ਹੁੰਦੀਆਂ ਜੀ, ਤੇ ਰਿਸ਼ਤੇਦਾਰਾਂ ਨੂੰ ਵੀ ਚੌਲ ਭੇਜ ਦੇਣੇ ਜੀ ਬੋਰੀ ਭਰ ਕੇ ਜੀ, ਲੋੜ ਪੈਣ ਤੇ। ਖੁੱਲੇ ਚੌਲ ਲੈ ਕੇ ਆਏ, ਆਟਾ ਲੈ ਕੇ ਆਏ, ਦਾਲ ਲੈ ਕੇ ਆਏ, ਲੰਗਰ ਵਿੱਚ ਪਾਈ ਜੀ। ਸਰਪੀ ਸਿਤਾ ਆਨ ਕਰ ਨੀਕੇ। ਘਿਓ ਵੀ ਘਰ ਦਾ ਲੈ ਕੇ ਆਏ ਜੀ ਫਿਰ। ਹਾਂਜੀ। ਤੇ ਸਿਤਾ ਕਹਿੰਦੇ ਖੰਡ ਨੂੰ ਜੀ, ਖੰਡ ਵੀ ਲੈ ਕੇ ਆਏ ਸੱਚੇ ਪਾਤਸ਼ਾਹ ਜੀ ਵਾਸਤੇ। ਹਾਂਜੀ। ਸ਼੍ਰੀ ਗੁਰ ਕੇ ਸਭ ਧਰਿਓ ਨਜੀਕੇ। ਜਿੰਨੀ ਕੁ ਪਹੁੰਚ ਹੈ ਨਾ ਜੀ
ਕਰਮਚੰਦ ਜੀ ਨੇ ਉਹ ਸਾਰਾ ਕੁਝ ਦੱਸ ਰੱਖ ਦਿੱਤਾ। ਖੰਡ, ਘਿਓ, ਆਟਾ, ਚੌਲ, ਦਾਲਾਂ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਰੱਖੀਆਂ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਦਮ ਕਰਨਾ ਚਾਹੀਦਾ। ਹਾਂਜੀ, ਉਦਮ ਕਰਨਾ ਚਾਹੀਦਾ। ਕੋਈ ਜਿੰਨੀ ਜਿਹਦੀ ਪਹੁੰਚ ਹੈਗੀ ਹੈ ਉਹ ਜ਼ਰੂਰ ਆਪਣੀ ਯਥਾ ਸ਼ਕਤੀ ਅਨੁਸਾਰ ਕਰੇ ਜੀ। ਹਾਂਜੀ। ਆਇਸ ਪਾਏ ਅਰਾ ਲਿਖ ਤਬੈ, ਹਾਂਜੀ। ਭੋਜਨ ਕਰਿਓ ਤਿਆਰ ਸੁਭ ਸਬੈ। ਮਹਾਰਾਜ ਨੇ ਲਾਂਗਰੀ ਨੂੰ ਆਖਿਆ, ਭਾਈ ਸਿੱਖਾ ਆ ਵੇਖ ਸਾਡਾ ਪਿਆਰਾ ਸਾਡੇ ਲਈ ਕਈ ਕੁਝ ਲੈ ਕੇ ਆਇਆ, ਸਾਨੂੰ ਬਣਾ ਕੇ ਹੁਣੇ ਹੀ ਛਕਾ। ਕਹਿਣ ਲੱਗੇ ਹੁਣੇ ਹੀ ਛਕਾ। ਪਿਆਰ ਦੀ ਗੱਲ ਹੈਗੀ ਆ ਜੀ। ਲੰਗਰ ਤਿਆਰ ਕਰ ਕਹਿਣ ਲੱਗੇ। ਹਾਂਜੀ। ਸ਼੍ਰੀ ਹਰਗੋਬਿੰਦ ਜਬ ਤ੍ਰਿਪਤਾਏ, ਲੰਗਰ ਤਿਆਰ ਕੀਤਾ ਜੀ। ਚੌਲ, ਦਾਲ, ਪ੍ਰਸ਼ਾਦੇ ਬਣਾਏ ਜੀ। ਤੇ ਬੜੀ ਮਰਿਆਦਾ ਦੇ ਨਾਲ ਲਾਂਗਰੀ ਗੁਰੂ ਸਾਹਿਬ ਜੀ ਦਾ ਭੋਜਨ ਤਿਆਰ ਕਰਦੇ ਜੀ। ਬੜੀ ਸੁਚਮ ਤੇ ਸੁਚਮਤਾ ਦੇ ਨਾਲ ਉਹ ਸਭ ਕੁਝ ਤਿਆਰ ਕਰਕੇ ਗੁਰੂ ਜੀ ਨੂੰ ਛਕਾਇਆ ਗਿਆ ਜੀ। ਹਾਂਜੀ। ਹੋਏ ਪ੍ਰਸੰਨ ਬੈਠੇ ਤਰਸ਼ਾਏ। ਤੇ ਮਹਾਰਾਜ ਨਾ ਜੀ ਬੜੇ ਪ੍ਰਸੰਨ ਹੋਏ ਛਕ ਕੇ। ਆਪਣੇ ਪਿਆਰ ਵਾਲੇ ਨੂੰ ਮਿਲੇ ਜੀ। ਖੁਸ਼ੀ ਤੇ ਪਿਆਰ ਵਾਲਿਆਂ ਨੂੰ ਮਿਲ ਕੇ ਹੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਆਪਣੇ ਪਿਆਰ ਵਾਲਿਆਂ ਨੂੰ ਮਿਲੇ। ਕਰਮਚੰਦ ਨੂੰ ਤੇ ਖੁਸ਼ੀ ਹੈ ਹੀ ਹੈ, ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਬੜੀ ਖੁਸ਼ੀ ਹੈਗੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੈ ਐ ਰਾਜੇ, ਪ੍ਰਸੰਨ ਹੋ ਕੇ ਬੈਠੇ ਸੱਚੇ ਪਾਤਸ਼ਾਹ ਰੁੱਖ ਦੇ ਠਾਂ। ਹਾਂਜੀ। ਬੋਲਿਓ ਕਰਮਚੰਦ ਕਰ ਜੋਰ। ਮਹਾਰਾਜ ਕਹਿੰਦੇ ਕਰਮਚੰਦ ਕੁਝ ਪੁੱਛਣਾ ਤੇ ਪੁੱਛ ਲਾ ਸਾਨੂੰ। ਕਹਿਣ ਲੱਗੇ ਆਖੋ ਵਾਹਿਗੁਰੂ। ਜੇ ਕਿਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਕੁਝ ਪੁੱਛ ਲਾ ਤੇ ਅਸੀਂ ਤੇ ਹੋਰ ਹੀ ਬੜਾ ਕੁਝ ਪੁੱਛਣਾ ਸੀਗਾ ਜੀ। ਭਾਈ ਕਰਮਚੰਦ ਨੇ ਦੋਵੇਂ ਹੱਥ ਜੋੜ ਲਏ ਜੀ। ਆਪਾਂ ਵੀ ਜੋੜੀਏ। ਵਾਹਿਗੁਰੂ ਵਾਹਿਗੁਰੂ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਚਾਹਤ ਰਹਿਓ ਆਵਨ ਤੁਮ ਔਰ। ਸੱਚੇ ਪਾਤਸ਼ਾਹ ਸੱਚ ਤੇ ਹੈ, ਤੁਸੀਂ ਬੜੀ ਕਿਰਪਾ ਕੀਤੀ, ਮੈਨੂੰ ਦਰਸ਼ਨ ਦਿੱਤੇ। ਮੈਂ ਬੜੇ ਚਿਰ ਦੀ ਕੋਸ਼ਿਸ਼ ਕਰਦਾ ਸਾਂ ਤੁਹਾਡੇ ਦਰਸ਼ਨ ਕਰਨ ਦੀ, ਸਬੱਬ ਨਹੀਂ ਬਣਦਾ। ਸਬੱਬ ਨਹੀਂ ਸੀ ਬਣਦਾ। ਬੜੇ ਚੰਗੇ ਬੰਦੇ ਵੀ ਹੈਗੇ ਦੁਨੀਆ ਤੇ, ਆਉਣਾ ਚਾਹੁੰਦੇ ਪਰ ਆ ਨਹੀਂ ਸਕਦੇ ਜੀ। ਕਹਿੰਦੇ ਮਹਾਰਾਜ ਮੈਂ ਬੜੇ ਚਿਰ ਦੀ ਕੋਸ਼ਿਸ਼ ਕਰਦਾ ਸਾਂ ਤੁਹਾਡੇ ਕੋਲ ਆਉਣ ਦੀ। ਹਾਂਜੀ। ਜਪ ਜੀ ਕੇ ਅਰਥਨ ਕੀ ਚਾਹੂ, ਸੁਨੋ ਸ਼ਰੋਨ ਮੈਂ ਰਾਵਨ ਪਾਹੂ। ਮਹਾਰਾਜ ਹੁਣ ਆਪ ਜੀ ਨੇ ਮੈਨੂੰ ਕਿਹਾ ਕੁਝ ਪੁੱਛ ਤੇ ਮੈਂ ਪੁੱਛਦਾ। ਸੁਣਿਓ। ਭਾਈ ਕਰਮਚੰਦ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਮੁਖੋਂ ਜਪਜੀ ਸਾਹਿਬ ਦੇ ਅਰਥ ਸੁਣਨਾ ਚਾਹੁੰਦਾ। ਕਹਿਣ ਲੱਗੇ ਆਪਣਾ ਆਪਣਾ ਸੰਗਤ ਦੀ ਸਵਾਦ ਹੁੰਦਾ ਹੈ, ਆਪਣਾ ਆਪਣਾ ਸੁਭਾਅ ਹੁੰਦਾ ਹੈ। ਹਾਂਜੀ। ਕੋਈ ਵੈਸੇ ਹੀ ਸਿੱਧੀ ਗੱਲ ਸੁਣਨਾ ਚਾਹੁੰਦਾ, ਕੋਈ ਬਾਣੀ ਦੇ ਅਰਥ ਸੁਣਨਾ ਚਾਹੁੰਦਾ ਹੈ ਜੀ। ਭਾਈ ਕਰਮਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਮੁਖੋਂ ਜਪਜੀ ਸਾਹਿਬ ਦੇ ਅਰਥ ਸੁਣਨਾ ਚਾਹੁੰਦਾ, ਤੁਹਾਡੇ ਮੁਖੋਂ। ਤੇ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਗੁਰੂ ਜੀ ਗੱਲ ਕਰਨਗੇ ਛੋਟੀ ਤੇ ਨਹੀਂ ਕਰਨਗੇ ਜੀ। ਹਾਂਜੀ। ਕਿਰਪਾ ਕਰੋ ਮੁਝ ਦੇਹੋ ਸੁਨਾਏ। ਮੇਰੇ ਤੇ ਕਿਰਪਾ ਕਰੋ, ਮੈਨੂੰ ਜਪਜੀ ਸਾਹਿਬ ਦੇ ਅਰਥ ਦੱਸੋ ਮਹਾਰਾਜ। ਜਪਜੀ ਸਾਹਿਬ 'ਚ ਲਿਖਿਆ ਕੀ ਹੈ ਜੀ। ਪੜ੍ਹਦੇ ਬਹੁਤ ਲੋਕ ਨੇ ਤੇ ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਆ। ਬੱਚੇ ਬੈਠੇ ਸਾਹਮਣੇ ਸੰਥਿਆ ਕਰਦੇ ਆ, ਹੋਰ ਬਾਹਰ ਬੱਚੇ ਸੇਵਾ ਕਰ ਰਹੇ, ਸੰਥਿਆ ਕਰਨ ਵਾਲੇ। ਬੜੇ ਵੱਡੇ ਭਾਗ ਇਹਨਾਂ ਦੇ ਜੀ। ਕਿਉਂ? ਅੱਜ ਕੱਲ੍ਹ ਦੇ ਬੱਚੇ ਇਹ ਕੰਮ ਨਹੀਂ ਤੇ ਕਰਦੇ ਜੀ। ਕਿਹੜੇ ਬੱਚੇ ਇਸ ਪਾਸੇ ਲੱਗਦੇ ਜੀ? ਤੇ ਜੇ ਕੋਈ ਬੱਚਾ ਇਸ ਪਾਸੇ ਲੱਗੇ ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੀ। ਕੌਣ ਹੈ ਜੀ? ਅੱਜ ਕੱਲ੍ਹ ਦੇ ਬੱਚੇ ਫੋਨਾਂ ਤੋਂ ਹੀ ਨਹੀਂ ਖਹਿੜਾ ਉਹਨਾਂ ਦਾ ਛੁੱਟਦਾ ਜੀ। ਇਹੋ ਜਿਹੀ ਉਮਰ ਦੇ ਵਿੱਚ ਬੱਚੇ ਗੁਰੂ ਘਰ ਆ ਕੇ ਸੇਵਾ ਕਰਨ, ਬਾਣੀ ਪੜ੍ਹਨ, ਸੁਣਨ, ਸਮਝੋ ਚੰਗੀ ਕਿਸਮਤ ਹੈਗੀ ਇਹਨਾਂ ਦੀ ਜੀ। ਇਹ ਵੀ ਜਦੋਂ ਨਵੇਂ ਨਵੇਂ ਆਏ ਤੇ ਜਪਜੀ ਸਾਹਿਬ ਦੇ ਪਾਠ ਨੂੰ ਕੀ ਕਹਿੰਦੇ ਸੀ ਭਲਾ? ਜਪਜੀ ਸਾਹਿਬ।
ਜੱਜਾ ਤੇ ਬੱਬਾ ਲਾਉਂਦੇ ਸੀਗੇ। ਬਹੁਤੇ ਇਹੋ ਕਹਿੰਦੇ ਮੈਂ ਜਪਜੀ ਸਾਹਿਬ ਕੀਤਾ ਜੀ। ਹਾਂਜੀ, ਜਪਜੀ ਸਾਹਿਬ ਕੋਈ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਜੀ। ਇਹੋ ਜਿਹੀ ਕੋਈ ਬਾਣੀ ਨਹੀਂ ਹੈਗੀ ਜੀ ਜਿਹੜੀ ਇਹ ਬੋਲਦੇ ਨਾ ਜੀ। ਜਪ ਜੀ ਪਾਠ ਹੈਗਾ ਜੀ, ਜਪ ਜੀ ਸਾਹਿਬ। ਜੱਜਾ ਤੇ ਪੱਪਾ, ਜਪ ਕੀ ਬਣ ਗਿਆ? ਜਪ। ਸਤਿਕਾਰ ਨਾਲ ਆਪਾਂ ਜੀ ਲਾਉਂਦੇ ਆ, ਹੋਰ ਸਤਿਕਾਰ ਨਾਲ ਸਾਹਿਬ ਲਾ ਦਿੰਦੇ ਆ। ਕਹਿੰਦੇ ਮਹਾਰਾਜ ਮੈਂ ਜਪ ਜੀ ਸਾਹਿਬ ਦੇ ਅਰਥ ਸੁਣਦੇ ਆ। ਸੰਗਤ ਜੀ ਜਦੋਂ ਕੱਲਾ ਜਪ ਹੀ ਕਹਿ ਲਾਂਗੇ ਨਾ ਪਤਾ ਲੱਗ ਜਾਂਦਾ ਜੀ। ਜਪ, ਜਪਣ ਦਾ ਕੀ ਮਤਲਬ ਜੀ? ਬਾਰ ਬਾਰ ਬੋਲਣਾ, ਬਾਰ ਬਾਰ ਬੋਲਣਾ, ਚੇਤੇ ਕਰਨਾ। ਹਾਂਜੀ, ਕਿਰਪਾ ਕਰੋ ਮੁਝ ਦੇਹੋ ਸੁਨਾਏ। ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਹਰਗੋਬਿੰਦ ਸਾਹਿਬ, ਮੈਨੂੰ ਜਪਜੀ ਸਾਹਿਬ ਦੇ ਅਰਥ ਸੁਣਾਓ ਮਹਾਰਾਜ। ਹਾਂਜੀ, ਤੁਮ ਬਿਨ ਅਪਰ ਨਾ ਕਿਸ ਤੇ ਆਏ। ਸੱਚੇ ਪਾਤਸ਼ਾਹ ਕਿਉਂ ਬਾਣੀ ਤੁਹਾਡੀ ਹੈ, ਦੂਜਾ ਬੰਦਾ ਕੀ ਅਰਥ ਕਰ ਲਏਗਾ। ਸੰਗਤ ਦੀ ਗੱਲ ਤੇ ਸੱਚੀ ਹੈ। ਗੁਰੂ ਦੀ ਬਾਣੀ ਗੁਰੂ ਹੀ ਅਰਥ ਜਾਣਦੇ ਆ। ਬੰਦਾ ਤੇ ਆਪਣੀ ਬੁੱਧੀ ਦੇ ਹਿਸਾਬ ਨਾਲ ਗੱਲ ਕਰੇਗਾ, ਤੇ ਜਿੰਨੀ ਕੁ ਬੁੱਧੀ ਆ ਉਨੀ ਕੀ ਗੱਲ ਕਰੇਗਾ ਜੀ। ਗੱਲ ਵੱਧ ਨਹੀਂ ਹੋ ਸਕਦੀ। ਹਾਂਜੀ, ਸ਼੍ਰੀ ਹਰਗੋਬਿੰਦ ਬਾਕ ਬਖਾਨਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਕਰਮਚੰਦ ਤੇ ਵੀ ਇਹਨੇ ਬੜੀ ਵਧੀਆ ਗੱਲ ਕੀਤੀ ਹੈ। ਮਹਾਰਾਜ ਨੇ ਬਚਨ ਕੀਤਾ ਜੀ। ਹਾਂਜੀ, ਜਪ ਕੇ ਅਰਥ ਮਹਾਨ ਮਹਾਨਾ। ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ। ਸੰਗਤ ਜੀ ਇੱਕ ਹੀ ਗੱਲ ਆਪਾਂ ਆਪਣੀ ਜ਼ਿੰਦਗੀ ਚ ਮਹਾਰਾਜ ਦੀ ਧਾਰਨ ਕਰ ਲਈਏ ਜੀ। ਮਹਾਰਾਜ ਕਹਿਣ ਲੱਗੇ ਕਰਮਚੰਦ ਜਪਜੀ ਸਾਹਿਬ ਦੇ ਅਰਥ ਮਹਾਨ ਨਹੀਂ, ਉਹਦੇ ਤੋਂ ਵੀ ਮਹਾਨ ਨੇ। ਕਹਿਣ ਲੱਗੇ ਇਹਦੇ ਅਰਥ ਤੇ ਗੁਰੂ ਨਾਨਕ ਦੇਵ ਜੀ ਜਾਣਦੇ ਆ। ਕਹਿਣ ਲੱਗੇ ਅਸੀਂ ਨਹੀਂ ਜਾਣਦੇ। ਹਾਂਜੀ, ਜਥਾ ਵੇਦ ਪਦ ਅਰਥ ਉਚਾਰੈ। ਫਿਰ ਵੀ ਥੋੜਾ ਬਹੁਤਾ ਮਹਾਰਾਜ ਕਹਿੰਦੇ ਤੁਹਾਨੂੰ ਦੱਸ ਦਿੰਦੇ ਆ। ਅਰਥ ਨਹੀਂ ਹੋ ਸਕਦੇ, ਜਪਜੀ ਸਾਹਿਬ ਦੇ ਅਰਥ ਨਹੀਂ ਹੋ ਸਕਦੇ। ਜੇ ਕੋਈ ਕਵੇ ਮੈਂ ਜਪਜੀ ਸਾਹਿਬ ਦੀ ਕਥਾ ਕੀਤੀ ਹੈ, ਨਹੀਂ ਸਾਧ ਸੰਗਤ ਜੀ ਕਿੱਥੋਂ ਕਥਾ ਹੋ ਜਾਏਗੀ, ਨਹੀਂ ਹੋ ਸਕਦੀ। ਮਹਾਰਾਜ ਕਹਿਣ ਲੱਗੇ ਛੋਟੀ ਜੀ ਗੱਲ ਦੱਸ ਦਿੰਦੇ ਆ, ਗੱਲ ਤੇ ਵੈਸੇ ਬੜੀ ਵੱਡੀ ਹੈ। ਜਥਾ ਵੇਦ ਪਦ ਅਰਥ ਉਚਾਰੈ। ਅੱਗੇ ਪੜੋ। ਨਿਜ ਸਰੂਪ ਜਾਣਨ ਨਿਰਧਾਰੈ। ਵੇਦ ਹਿੰਦੂ ਧਰਮ ਵਿੱਚ ਵੇਦ ਨੇ ਜੀ। ਕਿੰਨੇ ਵੇਦ ਨੇ? 4 ਨੇ ਜੀ। ਵੇਦ ਦਾ ਅਰਥ ਕੀ ਹੈ? ਆਪਣੇ ਆਪੇ ਨੂੰ ਜਾਣਨਾ, ਅੰਦਰ ਬੈਠੇ ਰੱਬ ਨੂੰ, ਰੱਬ ਤੱਕ ਪਹੁੰਚ ਕਰਨੀ। ਹਾਂਜੀ, ਤਿਮ ਜਪ ਪਦ ਕੋ ਅਰਥ ਲਖੀਜੈ। ਜਾਨਨ ਆਪਨ ਸਰੂਪ ਜਨੀਜੈ। ਇਸੇ ਤਰ੍ਹਾਂ ਹੀ ਜਪ ਦਾ ਵੀ ਅਰਥ ਹੈ ਜਪ ਜਪ ਕੇ ਆਪਣੇ ਸਰੂਪ ਦੀ ਪਛਾਣ ਕਰਨੀ ਦੀ। ਤੇ ਹੁਣ ਬਿਲਕੁਲ ਸੱਚੀ ਗੱਲ ਹੈ ਸੰਗਤ ਜੀ, ਜਦੋਂ ਜਪਜੀ ਸਾਹਿਬ ਦਾ ਅਰਥ ਕਰਦੇ ਮੂੰਹ ਬੋਲੀ ਜਾਂਦਾ, ਮਨ ਨਹੀਂ ਚ ਬੋਲਦਾ। ਭਾਈ ਰਣਧੀਰ ਸਿੰਘ ਜੀ ਨਾ ਜੀ ਇੱਕ ਗੱਲ ਲਿਖਦੇ, ਕਹਿੰਦੇ ਸਿੱਖਾ ਜਦੋਂ ਤੂੰ ਨਿਤਨੇਮ ਕਰਨਾ ਨਾ ਜੀ, ਤੇ ਆਪਣੇ ਮਨ ਨੂੰ ਕੰਟਰੋਲ 'ਚ ਕਿਵੇਂ ਰੱਖਣਾ। ਜਿਵੇਂ ਤਲਵਾਰ ਲੈ ਕੇ ਇੱਕ ਭਾਈ ਖਲੋਤਾ ਹੁੰਦਾ ਨਾ, ਤੇ ਨੇੜੇ ਕਿਸੇ ਨੂੰ ਆਉਣ ਨਹੀਂ ਦਿੰਦਾ। ਮਨ ਨੂੰ ਐ ਤਲਵਾਰ ਫੜ ਕੇ ਰੱਖਣਾ ਤੇ ਫੁਰਨੇ ਲਾਗੇ ਨਹੀਂ ਆਉਣ ਦੇਣੇ। ਕਹਿਣ ਲੱਗੇ ਇੰਨਾ ਜਪਣਾ ਜਪ ਕੇ ਆਪਣੇ ਸਰੂਪ ਦੀ ਪਛਾਣ ਕਰਨੀ ਵੀ ਮੈਂ ਹੈ ਕੀ ਆ, ਰੱਬ ਤੱਕ ਪਹੁੰਚਣਾ ਜੀ। ਜੇ ਕਿਸੇ ਨੇ ਬ੍ਰਹਮ ਗਿਆਨੀ ਬਣਨਾ ਨਾ ਜੀ, ਜਪਜੀ ਸਾਹਿਬ ਦੇ ਪਾਠ ਕਰੀ ਜਾਵੇ, ਬ੍ਰਹਮ ਗਿਆਨੀ ਬਣ ਜਾਏਗਾ ਜੀ। ਮਹਾਂਪੁਰਖਾਂ ਕੋਲੋਂ ਸੁਣਿਆ। ਹਾਂਜੀ, ਧਰਿਓ ਪ੍ਰਥਮ ਹੀ ਜੋ ਜਪ ਨਾਮ। ਮਹਾਰਾਜ ਕਹਿਣ ਲੱਗੇ ਕਰਮਚੰਦ ਇਹਦਾ ਤੇ ਨਾਮ ਹੀ ਗੁਰੂ ਨਾਨਕ ਸਾਹਿਬ ਨੇ ਜਪ ਰੱਖ ਦਿੱਤਾ। ਆਖੋ ਵਾਹਿਗੁਰੂ ਵਾਹਿਗੁਰੂ। ਇਹਦਾ ਤੇ ਨਾਮ ਹੀ ਜਪ ਰੱਖ ਦਿੱਤਾ। ਕਹਿਣ ਲੱਗੇ
ਹਾਂਜੀ। ਸਰਬ ਗ੍ਰੰਥ ਕੋ ਲਖ ਅਭਿਰਾਮ। ਤੇ ਅੱਗੋਂ ਫਿਰ ਸਾਰੀ ਬਾਣੀ ਬੜੀ ਸੋਹਣੀ ਲਿਖੀ ਮਹਾਰਾਜ ਨੇ। ਹਾਂਜੀ। ਵੇਦ ਰੋ ਜਪ ਪਦ ਦ્વੈ ਕੋ ਅਰਥ। ਹਾਂਜੀ। ਇੱਕ ਸਾਨਨ ਕੋ ਕਹੈ ਸਮਰੱਥ। ਜਿਵੇਂ ਵੇਦਾਂ ਨੂੰ ਪੜ੍ਹ ਕੇ ਬੰਦੇ ਨੂੰ ਆਪਣੀ ਸੋਝੀ ਆਉਂਦੀ ਹੈ, ਜਪਜੀ ਸਾਹਿਬ ਦਾ ਪਾਠ ਕਰਕੇ, ਇਹਦਾ ਜਾਪ ਕਰਕੇ ਆਪਣੀ ਸੋਝੀ ਆਉਣੀ ਚਾਹੀਦੀ ਬੰਦੇ ਨੂੰ ਜੀ। ਚਾਰ ਵੇਦ ਕਦੋਂ ਪੜ੍ਹੇਗਾ ਤੇ ਕਦੋਂ ਗਿਆਨ ਹੈ, ਉਹ ਵਾਹਿਗੁਰੂ ਦਾ ਮੰਗਲਾਚਰਨ ਹੈ ਜੀ। ਸਿਫਤਾਂ ਹੀ ਲਿਖੀਆਂ ਵਾਹਿਗੁਰੂ ਦੀਆਂ ਜੀ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟि ਕੋਟ ਕੋਟ। ਸਾਰਾ ਪਰਮੇਸ਼ਰ ਦੀ ਸਿਫਤ ਲਿਖੀ ਮਹਾਰਾਜ ਨੇ। ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। 6 ਪੌੜੀਆਂ ਵਿੱਚ ਕਹਿੰਦੇ ਰੱਬ ਦੀਆਂ ਸਿਫਤਾਂ ਮੰਗਲਾਚਰਨ ਲਿਖਿਆ ਜੀ। ਹਾਂਜੀ। ਸਪਤਮ ਹੈ ਬੈਰਾਗ ਅਲਾਵਾ। 7ਵੀਂ ਪੌੜੀ ਵਿੱਚ ਬੈਰਾਗ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ। ਬਿਨਾ ਗਿਆਨ ਸਭ ਕੂੜ ਦਿਖਾਵਾ। ਬਿਨਾ ਵਾਹਿਗੁਰੂ ਜੀ ਦੇ ਨਾਮ ਤੋਂ, ਗਿਆਨ ਤੋਂ ਸਭ ਝੂਠ ਹੀ ਹੈ ਸੰਸਾਰ ਦੀ। ਇਹ ਵੇਖੋ ਕਮਾਲ ਦੀ ਗੱਲ, ਏਡੀ ਪਵਿੱਤਰ ਬਾਣੀ ਪੜ੍ਹ ਕੇ ਵੀ ਬੰਦੇ ਦੇ ਅੰਦਰ ਸੁਧਾਰ ਨਾ ਆਵੇ, ਇਹਦਾ ਮਤਲਬ ਹੈ ਵੀ ਮਨ ਬਾਣੀ ਨਹੀਂ ਪੜ੍ਹ ਰਿਹਾ ਜੀ, ਅਜੇ ਸਰੀਰ ਹੀ ਪੜ੍ਹ ਰਿਹਾ ਜੀ। ਹਾਂਜੀ। ਬਾਹਰੋ ਚਾਰ ਜੇ ਪੌੜੀ ਬਣੀ। ਮਹਾਰਾਜ ਕਹਿਣ ਲੱਗੇ ਕਰਮਚੰਦ, ਕੌਣ ਕਹਿ ਰਿਹਾ ਭਲਾ? ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ। ਮਹਾਰਾਜ ਕਹਿਣ ਲੱਗੇ ਅੱਗੋਂ ਸੁਣ ਕਰਮਚੰਦ, ਅਗਲੀਆਂ ਜਿਹੜੀਆਂ 4 ਪੌੜੀਆਂ ਨੇ ਨਾ, ਹਾਂਜੀ, ਸ਼ਰਵਨ ਮਹਾਤਮ ਮਹਿਮਾ ਭਨੀ, ਉਹਦੇ ਵਿੱਚ ਰੱਬ ਦੇ ਨਾਮ ਸੁਣਨ ਦੀ ਮਹਿਮਾ ਲਿਖੀ ਗੁਰੂ ਨਾਨਕ ਸਾਹਿਬ ਜੀ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪਰਮੇਸ਼ਰ ਦੀ ਸਿਫਤ ਸੁਣਨ ਨਾਲ ਦੁੱਖਾਂ ਦਾ ਵੀ ਨਾਸ ਹੋ ਜਾਂਦਾ, ਪਾਪਾਂ ਦਾ ਵੀ ਨਾਸ ਹੋ ਜਾਂਦਾ ਜੀ। 4 ਪੌੜੀਆਂ ਇਸ ਤਰ੍ਹਾਂ ਜੀ, ਤੇ 4 ਵਾਰ ਪੰਗਤੀ ਆਉਂਦੀ ਹੈ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। 4 ਵਾਰ ਜਪਜੀ ਸਾਹਿਬ 'ਚ ਇਹੋ ਹੀ ਪੰਗਤੀ ਆਉਂਦੀ ਹੈ ਜੀ। ਰੱਬ ਦਾ ਨਾਮ ਸੁਣਿਆ ਕੀ ਹੁੰਦਾ, ਇਹ ਪਤਾ ਲੱਗਦਾ ਜੀ। ਕਰਮਚੰਦ ਜੀ ਬੜੇ ਧਿਆਨ ਨਾਲ ਹੱਥ ਜੋੜ ਕੇ ਸੁਣ ਰਹੇ ਜੀ। ਹਾਂਜੀ। ਪੁੰਨ ਚਾਰਨ ਮੈਂ ਮਨਨ ਦਿਖਾਇਓ। ਫਿਰ ਮਹਾਰਾਜ ਕਹਿਣ ਲੱਗੇ ਅਗਲੀਆਂ 4 ਪੌੜੀਆਂ 'ਚ ਗੁਰੂ ਨਾਨਕ ਦੇਵ ਜੀ ਨੇ ਮੰਨਣ ਦੀ ਗੱਲ ਕੀਤੀ। ਮੰਨੇ ਕੀ ਗਤ ਕਹੀ ਨਾ ਜਾਏ। ਮਹਾਰਾਜ ਕਹਿੰਦੇ ਮੰਨਣ ਦੀ ਤੇ ਗਤ ਕਹੀ ਨਹੀਂ ਜਾ ਸਕਦੀ। ਜੇ ਕੋਈ ਮੰਨ, ਸੁਣਨ ਦਾ ਬੜਾ ਮਹਾਤਮ, ਤੁਸੀਂ ਸੁਣ ਰਹੇ ਹੋ ਕਥਾ, ਤੁਹਾਨੂੰ ਬੜਾ ਫਲ ਮਿਲਣਾ, ਤੇ ਜੇ ਮੰਨ ਲਓ ਫਿਰ ਤੇ ਕਮਾਲ ਹੀ ਹੈ ਸੰਗਤ ਜੀ। ਜੇ ਅਸੀਂ ਸਾਰੇ ਮੰਨ ਲਈਏ, ਕਹਿੰਦੇ ਜੇ ਕੋ ਕਹੈ ਪਿਛੈ ਪਛਤਾਏ, ਕੋਈ ਦੱਸੇਗਾ ਗਤ ਫਿਰ ਉਹਨੂੰ ਪਛਤਾਉਣਾ ਪਏਗਾ, ਕਿਉਂ ਪੂਰੀ ਨਹੀਂ ਦੱਸ ਸਕਿਆ। ਉਹ ਕਹੇਗਾ ਨਹੀਂ ਮੈਂ ਪੂਰੀ ਨਹੀਂ ਕੀਤੀ ਮਹਿਮਾ,
ਪਰਮੇਸ਼ਰ ਦੇ ਨਾਮ ਨੂੰ ਮੰਨਣ ਦਾ ਮਹਾਤਮ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਜੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਇੱਕ ਮਨ ਭਾਰਾ, ਇੱਕ ਮਨ ਭੋਲਾ। ਫਿਰ ਇੱਕ ਬੜੀ ਵਧੀਆ, ਮੈਂ ਦਾਸ ਇੱਕ ਕਥਾ ਕਰ ਰਿਹਾ ਸਾਂ ਇੱਕ ਪਿੰਡ ਵਿੱਚ, ਉੱਥੇ ਕੁਦਰਤੀ ਪੰਕਤੀ ਇਹ ਆ ਗਈ ਜੀ। ਸਰਦਾਰ ਜੀ ਬਾਅਦ ਵਿੱਚ ਮਿਲੇ, ਕਹਿੰਦੇ ਅੱਜ ਤੱਕ ਬੜੀ ਵਾਰੀ ਜਪਜੀ ਸਾਹਿਬ ਦਾ ਪਾਠ ਕੀਤਾ, ਕਦੀ ਇਸ ਪੰਕਤੀ ਵੱਲ ਧਿਆਨ ਨਹੀਂ ਗਿਆ। ਨਾਲੇ ਸੰਗਤ ਜੀ ਉਹ ਰੋਣ, ਨਾਲੇ ਉਹ ਦੱਸਣ। ਕਹਿੰਦੇ ਅੱਜ ਦੀ ਇਸ ਪੰਕਤੀ ਨੇ ਮੇਰੀ ਜ਼ਿੰਦਗੀ ਬਦਲਤੀ ਜੀ। ਕਿ ਮੰਨੈ ਜਮ ਕੈ ਸਾਥ ਨਾ ਜਾਏ, ਮੰਨੈ ਜਮ ਕੈ ਸਾਥ ਨਾ ਜਾਏ। ਜਮ ਕੈ ਸਾਥ ਨਾ ਜਾਏ, ਜਪੋ ਮੰਨੈ ਜਮ ਕੈ ਸਾਥ ਨਾ ਜਾਏ। ਕਹਿੰਦਾ ਪਹਿਲੀ ਗੱਲ, ਮੈਂ ਜਮ ਮੰਨਦਾ ਹੀ ਨਹੀਂ ਹੁੰਦਾ ਵੀ ਜਮ ਹੁੰਦੇ ਆ। ਪੜ੍ਹਦਾ ਮੈਂ ਜਪਜੀ ਸਾਹਿਬ ਰੋਜ਼ ਸਾਂ, ਪਰ ਮੈਂ ਮੰਨਦਾ ਨਹੀਂ ਸੀ ਵੀ ਜਮ ਹੁੰਦੇ ਆ। ਮੈਂ ਕਹਿੰਦਾ ਸਾਂ ਐਵੇਂ ਹੀ ਗੱਲਾਂ ਹੈਗੀਆਂ। ਕਹਿੰਦਾ ਅੱਜ ਪਤਾ ਲੱਗਾ ਕਥਾ ਸੁਣ ਕੇ, ਇਹ ਤੇ ਮਹਾਰਾਜ ਤਾਂ ਕਹਿੰਦੇ ਜਮਾਂ ਦੇ ਨਾਲ ਜਾਣਾ ਨਹੀਂ ਪੈਂਦਾ, ਜੇ ਕੋਈ ਮੰਨ ਲੇ। ਇਹਦਾ ਮਤਲਬ ਹੁੰਦੇ ਆ, ਤਾਈਓ ਮਹਾਰਾਜ ਨੇ ਕਿਹਾ ਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ, ਪੁੰਨ ਚਾਰਨ ਮਹਿ ਮਨਨ ਦਿਖਾਇਓ। ਹਾਂਜੀ, ਬ੍ਰਹਮ ਗਿਆਨ ਕੋ ਹੇਤ ਜਾਣਿਓ। ਤੇ ਬ੍ਰਹਮ ਗਿਆਨ ਦਾ ਕਾਰਨ ਜਤਾਇਆ ਵੀ ਜੇ ਕੋਈ ਮੰਨ ਲਵੇ ਪਰਮੇਸ਼ਰ ਦੇ ਨਾਮ ਨੂੰ, ਤੇ ਵੱਡਾ ਬ੍ਰਹਮ ਗਿਆਨ ਉਹਦੇ ਹਿਰਦੇ 'ਚ ਆ ਜਾਂਦਾ ਜੀ। ਹਾਂਜੀ, ਪੰਚ ਪ੍ਰਵਾਨ ਬਿਖੈ ਨਿਧਿਆਸਨ। ਫਿਰ ਨਿਧਿਆਸਨ ਦੀ ਗੱਲ ਕੀਤੀ ਹੈ ਪੰਚ ਪ੍ਰਵਾਨ ਵਾਲੀ ਪੌੜੀ ਵਿੱਚ। ਮਹਾਰਾਜ ਕਹਿੰਦੇ ਹਾਂਜੀ, ਤੀਨੋ ਕਰਤਿਓ ਕਰੈ ਉਪਾਸਨ। ਤੇ ਮਹਾਰਾਜ ਕਹਿਣ ਲੱਗੇ ਫਿਰ ਅੱਗੋਂ ਅਸੰਖਾਂ ਦੀਆਂ ਪੌੜੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀਆਂ ਉਪਾਸਨਾ ਬਾਰੇ ਜੀ, ਕਰਮ ਬਾਰੇ ਜੀ। ਕਿਵੇਂ ਕਿਵੇਂ ਦੇ ਜੀਵ ਕਰਮ ਕਰਦੇ ਆ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਹਾਂਜੀ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਤੁਕ ਤਤਵਮਸ ਉਚਾਰ। ਗੱਜ ਕੇ ਆਖੋ। ਫਿਰ ਮਹਾਰਾਜ ਨੇ ਇਹ ਪੰਕਤੀਆਂ ਉਚਾਰੀਆਂ, ਤੂੰ ਸਦਾ ਸਲਾਮਤ ਨਿਰੰਕਾਰ। ਕਹਿਣ ਲੱਗੇ ਇਹ ਵਿਦਾਂਤ ਦਾ ਮਹਾਵਾਕ ਹੈ ਜੀ। ਚਾਰ ਵੇਦ ਨੇ, ਚਾਰਾਂ ਦਾ ਇੱਕ ਇੱਕ ਮਹਾਵਾਕ ਹੈ। ਇਸ ਪੰਕਤੀ ਦੇ ਚਾਰ ਹੀ ਅੱਖਰ ਨੇ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਹਿਣ ਲੱਗੇ ਵੇਦਾਂ ਦਾ ਸਾਰਾ ਸਾਰ ਲਿਖਤਾ ਮਹਾਰਾਜ ਨੇ ਇੱਕ ਪੰਕਤੀ ਵਿੱਚ। ਹਾਂਜੀ, ਮਹਾਵਾਕ ਇਹ ਸ਼ਰੁਤਮੈ ਚਾਰ। ਵੇਦ ਦੇ ਚਾਰ ਜਿਹੜੇ ਮਹਾਵਾਕ ਨੇ ਨਾ, ਉਹ ਇੱਕ ਪੰਕਤੀ 'ਚ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤੇ ਜੀ। ਚਾਰੇ ਵੇਦਾਂ ਦਾ ਤੱਤ ਜੀ। ਹਾਂਜੀ, ਤਿਮ ਤੁਕ ਕਹੀ ਚਾਰ ਹੀ ਬਾਰ। ਚਾਰ ਵਾਰ ਹੀ ਇਹ ਪੰਕਤੀ ਆਉਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਹੁਣ ਸੰਗਤ ਜੀ ਜਪਜੀ ਸਾਹਿਬ ਤੇ ਬੜੀ ਵਾਰੀ ਕਰੀਦਾ, ਪਰ ਧਿਆਨ ਹੀ ਨਹੀਂ ਦਈਦਾ। ਨੱਪੀ ਕਿੱਲੀ ਹੁੰਦੀ ਵੀ ਧਿਆਨ ਹੀ ਨਹੀਂ ਦੇਣਾ ਆਪਾਂ। ਚਾਰ ਵਾਰ ਇਹ ਆਉਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਚਾਰ ਵਾਰ ਰੋਜ਼ ਪੜ੍ਹਦੇ ਆਪਾਂ ਜੀ। ਹਾਂਜੀ, ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ। ਹਾਂਜੀ, ਜੇ ਅਸੰਖ ਕੀ ਪਰੈ ਵਿਚਾਰੀ। ਪਹਿਲਾਂ ਸਤੋ ਗੁਣ ਵਾਲੀ ਮਹਾਰਾਜ ਕਹਿੰਦੇ, ਸ਼ਾਂਤ ਕੇ ਗੁਣਾ ਵਾਲੇ ਅਸੰਖਾਂ ਲੋਕਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਹਾਂਜੀ, ਦੂਜੈ ਬਿਖੈ ਤਾਮਸੀ ਕਹੀ। ਫਿਰ ਤਾਮਸੀ ਬੰਦਿਆਂ ਦਾ ਵੀ ਜ਼ਿਕਰ ਕੀਤਾ ਜੀ। ਅਸੰਖ ਮੂਰਖ ਅੰਧ ਘੋਰ ਸਭ ਤਾਮਸੀ ਬੰਦੇ ਨੇ ਜੀ। ਹਾਂਜੀ, ਤ੍ਰਿਤੀ ਬਿਖੈ ਦ્વੈ ਸਿਮਰਤ ਲਹੀ। ਤੀਸਰੀ ਵਿੱਚ ਸਤੋ ਤੇ ਤਮੋ ਰਲੀ ਹੋਈ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਹਾਂਜੀ, ਜੀਵ ਈਸ਼ ਇਕਤਾ ਦਿਖਰਾਈ, ਸਚਿਦਾਨੰਦ ਦੋਹਨ ਸਮ ਪਾਈ। ਤੇ ਮਹਾਰਾਜ ਕਹਿਣ ਲੱਗੇ, ਸਤ ਚਿਤ ਆਨੰਦ ਵਾਹਿਗੁਰੂ। ਆਮ ਬੰਦਾ ਰੱਬ ਦਾ ਰੂਪ ਕਿਵੇਂ ਬਣਦਾ, ਸਾਰੀ ਗੱਲ ਜਪਜੀ ਸਾਹਿਬ 'ਚ ਲਿਖੀ ਹੈ। ਹਾਂਜੀ, ਇਤਿਆਦਿਕ ਸਭ ਅਰਥ ਸੁਨਾਏ। ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਜੀ ਕਰਮ ਚੰਦ ਜੀ ਨੂੰ ਜਪਜੀ ਸਾਹਿਬ ਦੇ ਬਾਰੇ ਅਰਥ ਦੱਸੇ, ਮੁੱਖ ਗੱਲਾਂ ਦਸੀਆਂ। ਇਹ ਵੀ ਦੱਸਿਆ
ਕਰਮ ਚੰਦ ਜਪਜੀ ਸਾਹਿਬ ਦੇ ਤੇ ਅਰਥ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਆ। ਬੜੀ ਮਹਾਨ ਬਾਣੀ ਹੈ। ਭਾਈ ਗੋਪਾਲਾ ਜੀ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਸ਼ੁੱਧ ਪਾਠ ਸੁਣਾਇਆ, ਮਹਾਰਾਜ ਗੱਦੀ ਦੇਣ ਨੂੰ ਤਿਆਰ ਹੋ ਗਏ ਸੀਗੇ ਜੀ। ਹਾਂਜੀ, ਸੁਨ ਸਿੱਖ ਸਗਰੇ ਮਨ ਵਸਾਏ। ਸਾਰੇ ਸਿੱਖਾਂ ਨੇ ਇਹ ਅਰਥ ਸੁਣੇ ਜੀ, ਉਹਨਾਂ ਦੇ ਮਨ ਵਿੱਚ ਵਸੇ ਅਰਥ ਜੀ। ਹਾਂਜੀ, ਜਪ ਜੀ ਅਰਥ ਅਹੈ ਅਤ ਗੂੜੇ। ਜਪ ਜੀ ਅਰਥ ਅਹੈ ਅਤ ਗੂੜੇ। ਸਾਰੇ ਕਹਿਣ ਜਪਜੀ ਸਾਹਿਬ ਦੇ ਅਰਥ ਤੇ ਬੜੇ ਗੂੜੇ ਨੇ। ਅਸੀਂ ਤਾਂ ਉੱਤੋਂ ਹੀ ਸਮਝਦੇ ਹਾਂ, ਇਹਦੇ ਅਰਥ ਕੀ ਨੇ? ਗੂੜੇ ਨੇ, ਡੂੰਘੇ ਨੇ। ਹਾਂਜੀ, ਸ਼੍ਰੀ ਨਾਨਕ ਬਾਣੀ ਸਭ ਰੂੜੇ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਬੜੀ ਵਧੀਆ ਹੈ, ਪਰ ਜਪਜੀ ਸਾਹਿਬ ਦੇ ਅਰਥ ਬੜੇ ਡੂੰਘੇ ਹੈ। ਹਾਂਜੀ, ਜਿਸ ਤੇ ਪਰੈ ਕਹਨ ਕੁਛ ਨਾਹੀ, ਕਹੈ ਪਰੈ ਸੋ ਜਾਣੈ ਨਾਹੀ। ਗੱਜ ਕੇ ਆਖੋ, ਜਿਸ ਤੋਂ ਪਰੇ ਕਹਿਣਾ ਕੁਝ ਕਿਹਾ ਹੀ ਨਹੀਂ ਜਾ ਸਕਦਾ। ਕਹਿਣ ਲੱਗੇ ਜਪਜੀ ਸਾਹਿਬ ਤੋਂ ਗਾਂਹ ਹੈਗਾ ਕੁਛ? ਨਹੀਂ ਹੈਗਾ ਜੀ। ਹਾਂਜੀ, ਜੋਗ ਜਨਾਵਨ ਸਕਲ ਜਨਾਇਓ, ਸਭ ਸਿੱਖਿਆਨ ਕੋ ਪੰਥ ਬਤਾਇਓ। ਜੋਗ ਦੀਆਂ ਗੱਲਾਂ ਵੀ ਲਿਖੀਆਂ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ। ਸਾਰੀ ਗੱਲ ਦੱਸੀ ਮਹਾਰਾਜ ਨੇ। ਹਾਂਜੀ, ਬਚਨ ਮਾਨ ਜਿਨ ਪਾਇਓ ਗਿਆਨ, ਕੋਟ ਜਨਮ ਕੇ ਬੰਧਨ ਹਾਨ। ਗੁਰੂ ਹਰਗੋਬਿੰਦ ਸਾਹਿਬ ਦੇ ਆ ਦੋ ਬਚਨ ਸੁਣ ਲਓ, ਫਿਰ ਖਿਮਾ ਮੰਗੀਏ। ਪਿਆਰ ਨਾਲ ਗੱਜ ਕੇ ਕਹੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ, ਸਿੱਖੋ, ਜਿਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਸੁਣਿਆ ਤੇ ਮੰਨਿਆ ਜੀ, ਉਹਦਾ ਇੱਕ ਨਹੀਂ ਕਈ ਜਨਮਾਂ ਦੇ ਬੰਧਨ ਜਿਹੜੇ ਸਾਰੇ ਕੱਟੇ ਜਾਂਦੇ। ਕਹਿਣ ਲੱਗੇ ਬੰਧਨ ਬੜੇ ਸੰਗਤ ਜੀ, ਵਿਘਨ ਰੁਕਾਵਟਾਂ ਮੁਸ਼ਕਲਾਂ ਬੜੀਆਂ ਹੀ ਤੰਗ ਕਰਦੀਆਂ ਜੇ। ਮਹਾਰਾਜ ਕਹਿਣ ਲੱਗੇ ਸਭ ਕੁਝ ਹੀ ਖਤਮ ਆ। ਹਾਂਜੀ, ਮੱਜਤ ਜਪਜੀ ਪੜ ਜੁਤ ਨੇਮ। ਇਸ਼ਨਾਨ ਕਰੇ, ਮੱਜਤ ਇਸ਼ਨਾਨ ਕਰੇ, ਫਿਰ ਸਾਵਧਾਨ ਹੋ ਕੇ ਪ੍ਰੇਮ ਨਾਲ ਬੈਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਜੀ। ਕਈ ਪਤਾ ਕੀ ਕਹਿੰਦੇ ਆ ਜੀ, ਵੀ ਇਸ਼ਨਾਨ ਕਰਕੇ ਪਹਿਲਾਂ ਨਾਮ ਜਪੀਏ ਜਾਂ ਨਿਤਨੇਮ ਕਰੀਏ। ਸਵਾਲ ਹੈ ਜੀ ਇੱਕ, ਵੀ ਪਹਿਲਾਂ ਗਿਆਨੀ ਜੀ ਵਾਹਿਗੁਰੂ ਵਾਹਿਗੁਰੂ ਜਪਣਾ ਜਾਂ ਬਾਣੀ ਪੜ੍ਹਨੀ ਹੈ। ਤੇ ਦਾਸ ਨੇ ਮਹਾਂਪੁਰਖਾਂ ਦੇ ਤੇ ਗੁਰਮੁਖਾਂ ਦੇ ਜੀਵਨ ਵਿੱਚੋਂ ਜੋ ਪੜ੍ਹਿਆ, ਉਹ ਤੁਹਾਨੂੰ ਬੇਨਤੀ ਕਰ ਦੇਣਾ। ਇਸ਼ਨਾਨ ਕਰਦਿਆਂ ਸਾਰ ਪਹਿਲਾਂ ਬਾਣੀ ਪੜ੍ਹ ਲਵੇ ਬੰਦਾ ਜੀ, ਫਿਰ ਤਸੱਲੀ ਨਾਲ ਨਾਮ ਜਪੇ ਜੀ, ਤਸੱਲੀ ਨਾਲ ਜੀ। ਪਤਾ ਕਿਉਂ ਜੀ? ਜਦੋਂ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਧਿਆਨ ਇਸ ਗੱਲ 'ਚ ਰਹਿਣਾ ਵੀ ਅਜੇ ਪਾਠ ਕਰਨ ਵਾਲਾ ਪਿਆ, ਅਜੇ ਪਾਠ ਕਰਨ ਵਾਲਾ ਪਿਆ। ਗੁਰੂ ਹਰਗੋਬਿੰਦ ਸਾਹਿਬ ਅੱਜ ਸਾਨੂੰ ਸਿੱਖਿਆ ਦਿੰਦੇ, ਆਖੋ ਵਾਹਿਗੁਰੂ ਵਾਹਿਗੁਰੂ। ਮੱਜਤ ਜਪਜੀ ਪੜ ਜੁਤ ਨੇਮ। ਇਸ਼ਨਾਨ ਕਰਦਿਆਂ ਸਾਰ ਬੰਦਾ ਨੇਮ ਤੇ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਕਰੇ। ਕਹਿਣ ਲੱਗੇ ਪਹਿਲਾ ਕੰਮ ਇਹ ਕਰੇ ਜੀ। ਸਾਡੇ ਰਹਿਤਨਾਮਿਆਂ 'ਚ ਬਚਨ ਹੈ, ਜਪਜੀ ਸਾਹਿਬ ਕਰਨ ਤੋਂ ਬਗੈਰ ਜਿਹੜਾ ਬੰਦਾ ਕੁਝ ਖਾਂਦਾ ਹੈ ਉਹ ਤਨਖਾਹੀਆ ਹੈਗਾ ਜੀ, ਗੁਰੂ ਦਾ ਸਿੱਖ ਨਹੀਂ ਹੈਗਾ ਜੀ। ਹਾਂਜੀ, ਸ਼੍ਰੀ ਨਾਨਕ ਧਰ ਧਿਆਨ ਸੋ ਪ੍ਰੇਮ। ਫਿਰ ਜਪਜੀ ਸਾਹਿਬ ਦਾ ਪਾਠ ਕਰੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਧਿਆਨ ਧਾਰੇ ਜੀ, ਮਹਾਰਾਜ ਨੂੰ ਵੀ ਯਾਦ ਕਰੇ ਪ੍ਰੇਮ ਨਾਲ। ਹਾਂਜੀ, ਤਿਨ ਕੋ ਗਹਿ ਨਾ ਜਮ ਦੁਖ ਦਾਈ। ਉਹ ਗੱਲ ਆ ਗਈ, ਮੰਨੈ ਜਮ ਕੇ ਸਾਥ ਨਾ ਜਾਏ। ਮੰਨੈ ਜਮ ਕੇ ਸਾਥ ਨਾ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਰੋਜ਼ ਜਿਹੜਾ ਪੁਰਸ਼ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਕਰੇਗਾ ਪਾਠ ਪ੍ਰੇਮ ਨਾਲ, ਤੇ ਸਤਿਗੁਰੂ ਕਹਿਣ ਲੱਗੇ ਉਹਨੂੰ ਫਿਰ ਜਮਾਂ ਦੇ ਵਾਲੇ ਪਾਸੇ ਜਾਣਾ ਹੀ ਨਹੀਂ ਪੈਂਦਾ ਜੀ। ਕਿੰਨੀ ਵੱਡੀ ਤਾਕਤ ਜਪਜੀ ਸਾਹਿਬ ਦੇ ਪਾਠ 'ਚ ਜੀ। ਦੁਖਦਾਈ ਜੰਮ ਨਹੀਂ ਆ ਕੇ ਫੜਦੇ ਫਿਰ ਉਹਨੂੰ ਜੀ। ਜਪਜੀ ਸਾਹਿਬ ਪੜ੍ਹਨ ਵਾਲੇ ਤੋਂ ਬੜੀ ਦੂਰ ਰਹਿੰਦੇ ਜੰਮ ਜੀ, ਬੜੀ ਦੂਰ ਜੰਮ ਰਹਿੰਦੇ ਤੇ।
ਹਾਂਜੀ। ਅੰਤ ਸਮੇਂ ਗੁਰ ਬਨੈ ਸਹਾਈ। ਤੇ ਅੰਤਮ ਸਮੇਂ ਗੁਰੂ ਨਾਨਕ ਸਾਹਿਬ ਉਹਦੀ ਆਪ ਰਾਖੀ ਕਰਦੇ ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਰੋਜ਼। ਹਾਂਜੀ। ਸ਼੍ਰੀ ਗੁਰੂ ਨਾਨਕ ਦੇਸ਼ ਵਿਦੇਸ਼ ਫਿਰੇ ਉਧਾਰਤ ਜੀਵ ਵਿਸ਼ੇਸ਼। ਅੱਗੋਂ ਫਿਰ ਪ੍ਰਸੰਗ ਲੰਬਾ ਹੈ ਸਾਧ ਸੰਗਤ ਜੀ। ਮੁੱਕਦੀ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਨਾਲੇ ਤੇ ਜਪਜੀ ਸਾਹਿਬ ਦੀ ਵਿਸ਼ੇਸ਼ਤਾ ਹੀ ਦੱਸੀ ਜੀ, ਅਰਥ ਦੱਸੇ, ਨਾਲੇ ਮਹਾਤਮ ਦੱਸਿਆ ਜੀ। ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਕਦੀ ਵੀ ਜੰਮ ਨਹੀਂ ਫੜ ਸਕਦੇ ਜੀ, ਪਰ ਕਰੇ ਇਸ਼ਨਾਨ ਕਰਕੇ ਪ੍ਰੇਮ ਨਾਲ ਜੀ। ਚੇਤਾ ਰੱਖਿਓ ਸੰਗਤ ਦੀ ਬਾਣੀ ਤੇ ਮਰਿਆਦਾ ਨਾਲ ਪੜ੍ਹਨੀ ਚਾਹੀਦੀ ਹੈ। ਹਾਂਜੀ। ਚਲੋ ਕੋਈ ਬਜ਼ੁਰਗ ਹੈ, ਕਿਸੇ ਦੀ ਸਿਹਤ ਨਹੀਂ ਮੰਨਦੀ, ਉਹਦੇ ਬਾਰੇ ਤਾਂ ਨਹੀਂ ਮੈਂ ਕਹਿੰਦਾ, ਉਹ ਵੀ ਯਤਨ ਕਰੇ। ਜਿਨ੍ਹਾਂ ਦੀ ਸਿਹਤ ਮੰਨਦੀ ਹੈ, ਇਸ਼ਨਾਨ ਕਰਕੇ ਬੈਠ ਕੇ ਜਪਜੀ ਦਾ ਪਾਠ ਕਰੋ, ਬਹੁਤ ਕੁਝ ਮਿਲੇਗਾ ਤੁਹਾਨੂੰ। ਤੇ ਜੇ ਕੋਈ ਹਿਰਦੇ 'ਚ ਵਸਾਲੇ, ਬ੍ਰਹਮ ਗਿਆਨੀ ਬਣ ਜਾਂਦਾ ਜੀ, ਦੂਜਿਆਂ ਨੂੰ ਦੇਣ ਵਾਲਾ ਬਣ ਜਾਂਦਾ ਜੀ। ਬੜੇ ਬੰਦੇ ਦੁਖੀ ਨੇ ਸੰਸਾਰ 'ਚ ਜੀ, ਪਰ ਆਹ ਕੰਮ ਨਹੀਂ ਕਰਦੇ ਜੀ। ਇਹ ਕੰਮ ਨਹੀਂ ਇਹ ਕਰ ਲੈਣ, ਸਭ ਦੁੱਖ ਕੱਟੇ ਜਾਂਦੇ ਜੀ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ। ਸਾਰੀ ਸੰਗਤ ਨੂੰ ਗੁਰੂ ਜੀ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਅਰਦਾਸ ਕਰੋ ਸੱਚੇ ਪਾਤਸ਼ਾਹ, ਅਸੀਂ ਰੋਜ਼ ਉੱਠ ਕੇ ਇਸ਼ਨਾਨ ਕਰਕੇ ਪਹਿਲਾ ਕੰਮ ਸਾਡਾ ਕਿਹੜਾ ਹੋਵੇ? ਜਪਜੀ ਸਾਹਿਬ ਦਾ ਪਾਠ ਕਰਨਾ ਸਾਡਾ ਪਹਿਲਾ ਇਹ ਕੰਮ ਹੋਵੇ। ਗੁਰੂ ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਰੋ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਦਾਸ ਦੇ ਮਗਰ ਮਗਰ ਪੰਕਤੀ ਪੜਿਓ। ਹਰ ਨਾਮ ਦੀਆ ਗੁਰ ਪਰ ਉਪਕਾਰੀ। ਹਰ ਨਾਮ ਦੀਆ ਗੁਰ ਪਰ ਉਪਕਾਰੀ। ਪਰ ਉਪਕਾਰੀ ਨਾ ਗੁਰੂ ਹਰਗੋਬਿੰਦ ਸਾਹਿਬ, ਭਲਾ ਕਰਨ ਵਾਲਾ। ਮਹਾਰਾਜ ਦਾ ਧਿਆਨ ਕਰੋ। ਹਰ ਨਾਮ ਦੀਆ ਗੁਰ ਪਰ ਉਪਕਾਰੀ। ਹਰ ਨਾਮ ਦੀਆ ਗੁਰ ਪਰ ਉਪਕਾਰੀ। ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਪਿਤਾ ਮਾਤਾ। ਪਿਤਾ ਮਾਤਾ ਕੌਣ ਭਲਾ? ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਗੰਗਾ ਜੀ। ਧੰਨ ਬਾਣੀ ਕਹਿੰਦੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ। 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 ਹਰ ਨਾਮ ਦੀਆ ਗੁਰ ਪਰ ਉਪਕਾਰੀ। ਹਰ ਨਾਮ ਦੀਆ ਗੁਰ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਦੁੱਖ ਹੀ ਮੁੱਕ ਜਾਣਗੇ। ਹਰ ਨਾਮ ਦੀਆ ਗੁਰ ਪਰ ਉਪਕਾਰੀ। ਗੱਜ ਗੱਜ ਕੇ ਹਰ ਨਾਮ ਦੀਆ ਗੁਰ ਪਰ ਉਪਕਾਰੀ। ਧੰਨ ਧੰਨ ਗੁਰੂ ਕਾ ਪਿਤਾ ਮਾਤਾ।
ਇੱਕ ਵਾਰੀ ਹੋਰ ਗੱਜ ਕੇ ਕਹਿ ਦਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਾਰ ਕੇ। ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਸੱਚੇ ਪਾਤਸ਼ਾਹ ਮੇਰਾ ਕਰਨ। ਬੜੀਆਂ ਹੀ ਭੁੱਲਾਂ ਮੇਰੇ ਕੋਲੋਂ ਹੋਈਆਂ। ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਹੋਵੇ। ਵਧਾਈ ਤੇ ਇੱਕ ਹੁੰਦੀ ਹੈ, ਵਧਾਈਆਂ ਹੋਣ ਜੀ ਤੁਹਾਨੂੰ। ਹਾਂਜੀ, ਮਹਾਰਾਜ ਦੇ ਗੁਰਪੁਰਬ ਦੀਆਂ ਵਧਾਈਆਂ ਹੋਣ। ਇੱਕ ਦੂਜੇ ਨੂੰ ਵਧਾਈਆਂ ਦਿਆ ਕਰੋ। ਜਿਹੜਾ ਗੁਰੂ ਜੀ ਦੇ ਗੁਰਪੁਰਬ ਦੀ ਵਧਾਈ ਦਿੰਦਾ ਨਾ ਜੀ, ਫਿਰ ਉਹਦਾ ਵਾਧਾ ਹੁੰਦਾ ਰਹਿੰਦਾ ਜੀ। ਵਧਾਈ ਦਾ ਅਰਥ ਹੀ ਵਾਧਾ ਹੋਣਾ ਜੀ। ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਹੋਣ। ਮਹਾਰਾਜ ਮਿਹਰਾਂ ਕਰਨ। ਸੰਗਤ ਜੀ ਜਲ ਪਾਣੀ ਤਿਆਰ ਹੈ, ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ